हाँ जी, गुड आफ्टरਨੂਨ जी ਸਾਰਿਆਂ ਨੂੰ ਜੀ। ਹੋਪਫੁਲੀ ਸਾਰੇ ਤੁਸੀਂ ਠੀਕ ਹੋਵੋਗੇ। ਔਰ ਜਿਵੇਂ ਕਿ ਤੁਹਾਨੂੰ ਪਤਾ ਹੈ, ਗੌਰਮੈਂਟ ਵੱਲੋਂ ਜਿਹੜੀਆਂ ਟੀਚਰਸ ਦੀਆਂ ਅਸਾਮੀਆਂ ਨੇ ਉਹ ਅਨਾਊਂਸ ਕੀਤੀਆਂ ਗਈਆਂ ਨੇ। 29 ਨਵੰਬਰ ਨੂੰ ਜਿਹੜਾ ਉਹਦਾ ਪੁਖਤਾ ਪੇਪਰ ਹੈ ਉਹ ਹੋ ਰਿਹਾ ਹੈ, ਠੀਕ ਹੈ ਨਾ ਜੀ। ਔਰ ਉਸ ਨੂੰ ਲੈ ਕੇ ਜਿਹੜਾ ਸਾਡਾ ਚੈਨਲ ਹੈ MSW ਸਟੱਡੀ ਫੋਰ ਜੋਬ, ਇਹ ਚੈਨਲ ਤੁਹਾਡੇ ਵਾਸਤੇ, ਤੁਹਾਡੇ ਭਲੇ ਵਾਸਤੇ, ਤੁਹਾਡੀ ਜਿਹੜੀ ਐਜੂਕੇਸ਼ਨ ਸਕਿੱਲ ਹੈ ਉਹਨੂੰ ਇੰਪਰੂਵ ਕਰਨ ਵਾਸਤੇ ਲਾਈਵ ਕਲਾਸਿਸ ਦਾ ਜਿਹੜਾ ਸਿਸਟਮ ਹੈ ਉਹ ਲੈ ਕੇ ਆਇਆ ਹੈ, ਜਿਹਦੇ ਵਿੱਚ ਤੁਹਾਨੂੰ ਹਰ ਸਟੱਡੀ ਰਿਲੇਟਡ, ਹਰ ਸਬਜੈਕਟ ਰਿਲੇਟਡ ਤੁਹਾਨੂੰ ਟੀਚਰ ਮਿਲਣਗੇ ਜਿਹੜੇ ਤੁਹਾਨੂੰ ਟੀਚ ਕਰਨਗੇ। ਔਰ ਇੱਕ ਸਭ ਤੋਂ ਕਹਿ ਲਈਏ ਆਪਾਂ ਵਧੀਆ ਓਪਰਚੁਨਿਟੀ ਜਿਹੜੀ ਆਪਣੇ ਲਈ ਹੈ, ਇੱਕ ਜਿਹੜੇ ਪ੍ਰਾਈਵੇਟ ਜੋਬ ਕਰ ਰਿਹਾ ਜਾਂ ਜੋਬ ਨਹੀਂ ਕਰ ਰਹੇ ਜਾਂ ਇੱਕ ਗੌਰਮੈਂਟ ਜੋਬ ਨੂੰ ਅਚੀਵ ਕਰਨਾ ਚਾਹੁੰਦੇ ਆ ਉਹਨਾਂ ਵਾਸਤੇ। ਔਰ ਜਲਦੀ ਤੋਂ ਜਲਦੀ ਜਿਹੜੇ ਤੁਹਾਡਾ ਫਰੈਂਡ ਸਰਕਲ ਹੈ, ਤੁਹਾਡੇ ਸਿਸਟਰ ਬ੍ਰਦਰ, ਉਹਨਾਂ ਨੂੰ ਕਹਿ ਕੇ ਅਤੇ ਤੁਸੀਂ ਵੀ ਆਪ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ। ਜਿਹੜੀਆਂ ਇੱਥੇ ਲਾਈਵ ਕਲਾਸਿਸ ਨੇ ਉਹਨਾਂ ਨੂੰ ਤੁਸੀਂ ਜੁਆਇਨ ਕਰੋ ਜੀ। ਅਤੇ ਕੋਈ ਵੀ ਆਪਣਾ ਇਹਦੇ ਲਈ ਇਨਫੋ ਲੈਣ ਵਾਸਤੇ ਜਾਂ ਇਸ ਲਾਈਵ ਕਲਾਸਿਸ ਨੂੰ ਜੁਆਇਨ ਕਰਨ ਵਾਸਤੇ ਤੁਸੀਂ ਇਹ ਤੁਹਾਡਾ ਨੰਬਰ ਦਿੱਤਾ ਗਿਆ ਓਨਲੀ ਵਟਸਐਪ ਨੰਬਰ ਹੈ ਜਿਹੜਾ 98 787 31 752, ਠੀਕ ਹੈ ਜੀ। ਇਹਦੇ ਉੱਪਰ ਤੁਸੀਂ ਮੈਸੇਜ ਕਰ ਸਕਦੇ ਹੋ, ਵਟਸਐਪ ਮੈਸੇਜ ਕਰ ਸਕਦੇ ਹੋ। ਔਰ ਕੱਲ੍ਹ, ਹਾਂਜੀ ਸਟਾਰਟ ਕਰਦੇ ਹਾਂ। ਕੱਲ੍ਹ ਕੀ ਕੀਤਾ ਗਿਆ ਸੀਗਾ? ਕੱਲ੍ਹ ਆਪਾਂ ਨੇ ਕੀਤਾ ਸੀ ਆਰਟੀਕਲਸ, ਜਿਹੜੇ ਆਰਟੀਕਲਸ ਆ ਉਹ ਕਿੱਥੇ ਕਿੱਥੇ ਯੂਜ਼ ਹੁੰਦੇ ਆ, ਠੀਕ ਹੈ ਜੀ। ਔਰ ਅੱਜ ਆਪਾਂ ਗੱਲ ਕਰਾਂਗੇ ਟੈਂਸ ਦੀ। ਟੈਂਸ ਜਿਹਨੂੰ ਆਪਾਂ ਕਹਿੰਦੇ ਹਾਂ ਕਾਲ, ਠੀਕ ਹੈ ਜੀ। ਟੈਂਸ ਕੀ ਹੁੰਦਾ? ਸਮਾਂ। ਕਾਲ ਜਿਹਨੂੰ ਆਪਾਂ ਕੀ ਕਹਿ ਦਿੰਦੇ ਹਾਂ? ਸਮਾਂ, ਠੀਕ ਹੈ। ਇਹਦੇ ਵਿੱਚ ਅੱਗੇ ਦੇ ਜਿਹੜੇ 3 ਟਾਈਪਸ ਨੇ, ਕਿਹੜੇ ਕਿਹੜੇ? ਪ੍ਰੈਜ਼ੈਂਟ ਟੈਂਸ, ਪਾਸਟ ਟੈਂਸ ਐਂਡ ਫਿਊਚਰ ਟੈਂਸ, ਠੀਕ ਹੈ ਜੀ। ਜਿਹੜਾ ਪ੍ਰੈਜ਼ੈਂਟ ਟੈਂਸ ਹੈ, ਪ੍ਰੈਜ਼ੈਂਟ ਟੈਂਸ ਨੂੰ ਆਪਾਂ ਕੀ ਕਹਿੰਦੇ ਹਾਂ? ਜਿਹੜਾ ਸਮਾਂ ਚੱਲ ਰਿਹਾ, ਵਰਤਮਾਨ, ਠੀਕ ਹੈ ਜੀ। ਔਰ ਜਿਹੜਾ ਪਾਸਟ ਹੈ, ਪਾਸਟ ਆਪਾਂ ਪਾਸਟ ਟੈਂਸ ਕਿਹਨੂੰ ਕਹਿੰਦੇ ਹਾਂ? ਜਿਹੜਾ ਟਾਈਮ ਬੀਤ ਚੁੱਕਿਆ ਹੈ, ਕਹਿਣ ਤੋਂ ਭਾਵ ਲੰਘ ਚੁੱਕਿਆ ਹੈ, ਠੀਕ ਹੈ ਜੀ। ਅੱਗੇ ਨੈਕਸਟ ਐਂਡ ਲਾਸਟ ਆਇਆ ਫਿਊਚਰ। ਫਿਊਚਰ ਟੈਂਸ ਕਿਹੜਾ ਹੁੰਦਾ? ਜਿਹੜਾ ਸਮਾਂ ਆਵੇਗਾ, ਕਹਿਣ ਤੋਂ ਭਾਵ ਕੱਲ੍ਹ ਜਾਂ ਪਰਸੋਂ, ਠੀਕ ਹੈ, ਜਾਂ ਆਉਣ ਵਾਲੇ ਸਮੇਂ, ਮਹੀਨੇ, ਸਾਲਾਂ ਤੱਕ, ਉਹਨੂੰ ਅਸੀਂ ਕੀ ਕਹਿੰਦੇ ਹਾਂ? ਫਿਊਚਰ ਟੈਂਸ, ਠੀਕ ਹੈ ਜੀ। ਇਹਦੀ ਜਿਹੜੀ ਰਿਕਗਨਾਈਜੇਸ਼ਨ ਹੈ, ਜਿਹੜੀ ਇਹਦੀ ਪਛਾਣ ਹੈ, ਉਹ ਕੀ ਹੈ? ਪ੍ਰੈਜ਼ੈਂਟ ਟੈਂਸ ਉਹ ਹੁੰਦਾ ਜਿਹਦੇ ਵਿੱਚ ਤੁਹਾਨੂੰ ਜਿਹੜਾ ਇੱਕ ਮਹਿਸੂਸ ਹੋ ਰਿਹਾ ਵੀ ਇਹ ਸੈਂਸ ਆ ਰਹੀ ਹੈ, ਰਿਹਾ ਹੈ, ਰਹੀ ਹੈ, ਕਹਿਣ ਤੋਂ ਭਾਵ ਜਿਹੜਾ ਕੰਮ ਹੈ ਉਹ ਚੱਲ ਰਿਹਾ ਹੈ, ਠੀਕ ਹੈ, ਵਰਤਮਾਨ ਹੈ। ਔਰ ਪਾਸਟ ਦੀ ਹੁੰਦੀ ਹੈ, ਪਾਸਟ ਦੇ ਵਿੱਚ ਜਿਹਦੀ ਪਛਾਣ ਇਹਦੀ ਹੈ ਉਹ ਹੁੰਦੀ ਹੈ ਰਿਹਾ ਹੈ, ਰਹੀ ਸੀ, ਨਾ ਰਿਹਾ ਸੀ, ਰਹੀ ਸੀ ਜਾਂ ਰਹੇ ਸੀ, ਠੀਕ ਠੀਕ। ਔਰ ਫਿਊਚਰ ਦੇ ਵਿੱਚ ਕੀ ਹੈ? ਰਿਹਾ ਹੋਵੇਗਾ, ਰਹੀ ਹੋਵੇਗੀ ਜਾਂ ਰਹੇ ਹੋਣਗੇ, ਠੀਕ ਹੈ ਜੀ। ਔਰ ਅੱਗੇ ਇਹਦੇ ਵਿੱਚ ਆਪਾਂ ਦੇਖਾਂਗੇ ਇਹਦੇ ਜਿਹੜੇ ਅੱਗੇ ਕਿੰਨੇ ਟਾਈਪਸ ਆ ਜਾਂਦੇ ਨੇ, ਇਹਨਾਂ ਤਿੰਨਾਂ ਟੈਂਸਾਂ ਦੇ ਅੱਗੇ ਟਾਈਪਸ ਕਿੰਨੇ ਆ ਜਾਂਦੇ ਨੇ? 4। ਕਿਹੜੇ ਕਿਹੜੇ ਆ ਜਾਂਦੇ ਆ? ਸਭ ਤੋਂ ਪਹਿਲਾਂ ਇੰਡੈਫੀਨੇਟ, ਲਾਈਕ ਜਿਵੇਂ ਆਪਾਂ ਕਹਿ ਲਈਏ ਪ੍ਰੈਜ਼ੈਂਟ ਇੰਡੈਫੀਨੇਟ ਟੈਂਸ ਜਾਂ ਸਿੰਪਲ ਪ੍ਰੈਜ਼ੈਂਟ ਕਹਿ ਲਈਏ। ਉਸ ਤੋਂ ਬਾਅਦ ਪ੍ਰੈਜ਼ੈਂਟ ਕੰਟੀਨਿਊਸ, ਫਿਰ ਆਪਾਂ ਕਹਿ ਸਕਦੇ ਹਾਂ ਪ੍ਰੈਜ਼ੈਂਟ ਪਰਫੈਕਟ ਐਂਡ ਫਿਰ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ, ਠੀਕ ਹੈ। ਇਸੇ ਤਰ੍ਹਾਂ ਪਾਸਟ ਦੇ ਵੀ ਅੱਗੇ ਪਾਸਟ ਇੰਡੈਫੀਨੇਟ, ਪਾਸਟ ਕੰਟੀਨਿਊਸ, ਪਾਸਟ ਪਰਫੈਕਟ ਕੰਟੀਨਿਊਸ ਐਂਡ ਪਾਸਟ ਪਰਫੈਕਟ ਅਤੇ ਪਾਸਟ ਪਰਫੈਕਟ ਕੰਟੀਨਿਊਸ। ਅੱਗੇ ਫਿਊਚਰ ਦੇ ਵਿੱਚ ਵੀ ਐਵੇਂ, ਫਿਊਚਰ ਇੰਡੈਫੀਨੇਟ, ਫਿਊਚਰ ਕੰਟੀਨਿਊਸ, ਫਿਊਚਰ ਪਰਫੈਕਟ, ਫਿਊਚਰ ਅਤੇ ਪਰਫੈਕਟ ਕੰਟੀਨਿਊਸ, ਠੀਕ ਹੈ ਜੀ। ਅੱਜ ਆਪਾਂ ਜਿਹੜਾ ਸਟਾਰਟ ਕਰਾਂਗੇ ਸਭ ਤੋਂ ਪਹਿਲਾਂ ਇੰਡੈਫੀਨੇਟ। ਕਿਹੜਾ ਇੰਡੈਫੀਨੇਟ? ਪ੍ਰੈਜ਼ੈਂਟ ਇੰਡੈਫੀਨੇਟ, ਠੀਕ ਹੈ ਜੀ। ਇਹਦੇ ਬਾਰੇ ਜਾਣਾਂਗੇ ਆਪਾਂ। ਇਹਨੂੰ ਆਪਾਂ ਸਿੰਪਲ ਪ੍ਰੈਜ਼ੈਂਟ ਵੀ ਕਹਿ ਦਿੰਦੇ ਹਾਂ, ਠੀਕ ਹੈ। ਇਹਦੇ ਵਿੱਚ ਕੀ ਹੁੰਦਾ? ਸਭ ਤੋਂ ਪਹਿਲਾਂ ਕੀ ਆਉਂਦਾ? ਸਬਜੈਕਟ। ਸਭ ਤੋਂ ਪਹਿਲਾਂ ਹੁੰਦਾ ਜੀ ਸਬਜੈਕਟ, ਠੀਕ ਹੈ ਜੀ। ਸਬਜੈਕਟ ਤੋਂ ਬਾਅਦ ਕੀ ਹੁੰਦਾ? ਵਰਬ ਦੀ ਜਿਹੜੀ ਫਸਟ ਫਾਰਮ, ਜਿਵੇਂ ਆਪਾਂ ਕਹਿ ਲੈਂਦੇ ਹਾਂ ਗੋ, ਵੈਂਟ, ਗੋਨ, ਠੀਕ ਹੈ। ਇਹ 3 ਫਾਰਮ ਆ ਗਈਆਂ। ਇਹਦੇ ਵਿੱਚ ਕੀ ਹੁੰਦਾ? ਫਸਟ ਫਾਰਮ ਯੂਜ਼ ਹੁੰਦੀ ਹੈ। ਨਾਲ ਕੀ ਯੂਜ਼ ਹੁੰਦਾ? ਐਸ ਜਾਂ ਈਐਸ। ਉਹ ਆਪਾਂ ਦੱਸਾਂਗੇ ਕਿਹੜੀਆਂ ਕੰਡੀਸ਼ਨ 'ਤੇ, ਕਿਹੜੀਆਂ ਸਿਚੁਏਸ਼ਨਸ 'ਤੇ ਯੂਜ਼ ਹੁੰਦਾ। ਐਂਡ ਲਾਸਟ ਦੇ ਵਿੱਚ ਹੁੰਦਾ ਓਬਜੈਕਟ, ਠੀਕ ਹੈ ਜੀ। ਨੈਕਸਟ ਦੇਖੋ, ਇਹਦੇ ਵਿੱਚ ਜਿਹੜੇ ਪਲੂਰਲ ਨੰਬਰ ਹੁੰਦੇ ਨੇ, ਜਿਵੇਂ ਆਈ, ਵੀ, ਯੂ, ਦੇ। ਆਈ ਵੀ ਅੱਗੇ ਤੁਹਾਨੂੰ ਸਮਝਾਵਾਂਗੇ ਆਪਾਂ ਵੀ ਕਿਸ ਸਿਸਟਮ ਦੇ ਨਾਲ ਹੈ ਜਿਹੜੀ ਇਹ ਪਲੂਰਲ ਦੇ ਵਿੱਚ ਆ ਜਾਂਦੀ ਹੈ। ਆਈ, ਵੀ, ਯੂ, ਦੇ ਐਂਡ ਸੋ ਔਨ, ਹੋਰ ਵੀ ਬਹੁਤ ਹੁੰਦੇ ਆ, ਠੀਕ ਹੈ। ਇਹਨਾਂ ਦੇ ਵਿੱਚ ਕੀ ਹੁੰਦਾ ਹੈ? ਇਹਨਾਂ ਦੇ ਵਿੱਚ ਐਸ ਜਾਂ ਈ ਐਸ ਨਹੀਂ ਲੱਗਦਾ,
ਠੀਕ ਹੈ ਜੀ। ਜਿਹੜੇ ਪਲੂਰਲ ਨੰਬਰ ਹੁੰਦੇ ਨੇ ਉਹਨਾਂ ਦੇ ਵਿੱਚ ਐਸ ਜਾਂ ਈ ਐਸ ਨਹੀਂ ਲੱਗਦਾ, ਉਹਦੇ ਵਿੱਚ ਲੱਗਦਾ ਸਬਜੈਕਟ ਪਲੱਸ ਵਰਬ ਦੀ ਫਸਟ ਫਾਰਮ ਪਲੱਸ ਓਬਜੈਕਟ ਓਨਲੀ। ਜਿਵੇਂ ਫੋਰ ਐਗਜ਼ਾਮਪਲ ਦੇ ਲਈ ਦੇਖੋ, ਇੱਥੇ ਆਪਾਂ ਕਹਿ ਸਕਦੇ ਹਾਂ ਆਈ ਸਿੰਗ ਏ ਸੌਂਗ, ਠੀਕ ਹੈ, ਮੈਂ ਗੀਤ ਗਾਉਂਦਾ ਹਾਂ, ਮੈਂ ਗੀਤ ਗਾਉਂਦਾ ਹਾਂ। ਵੀ ਦੇ ਵਿੱਚ ਵੀ ਸਿੰਗ ਏ ਸੌਂਗ, ਯੂ ਸਿੰਗ ਏ ਸੌਂਗ, ਇਹ ਕੀ ਚੀਜ਼ ਆ ਗਈ, ਪਲੂਰਲ ਆ ਗਏ, ਕਹਿਣ ਤੋਂ ਭਾਵ ਬਹੁਵਚਨ ਆ ਗਏ। ਇਹਨਾਂ ਦੇ ਵਿੱਚ ਆਪਾਂ ਐਸ ਜਾਂ ਈ ਐਸ ਨਹੀਂ ਯੂਜ਼ ਕਰ ਸਕਦੇ। ਔਰ ਨੈਕਸਟ ਦੇਖੋ, ਨੈਕਸਟ ਸਿੰਗੂਲਰ ਨੰਬਰਸ ਹੋ ਗਏ ਜਿਹੜੇ, ਜਿਵੇਂ ਹੀ, ਸ਼ੀ, ਇਟ, ਠੀਕ ਹੈ, ਇਹਨਾਂ ਦੇ ਵਿੱਚ ਆਪਾਂ ਕੀ ਯੂਜ਼ ਕਰਾਂਗੇ, ਸਬਜੈਕਟ ਪਲੱਸ ਵਰਬ ਦੀ ਫਸਟ ਫਾਰਮ ਪਲੱਸ ਐਸ ਜਾਂ ਈ ਐਸ ਪਲੱਸ ਓਬਜੈਕਟ। ਦੁਬਾਰਾ ਫੇਰ ਰਿਪੀਟ ਕਰ ਰਿਹਾ, ਪਲੂਰਲ ਜਿਹੜੇ ਨੰਬਰ ਹੁੰਦੇ ਆ, ਜਿਵੇਂ ਆਈ, ਵੀ, ਬਹੁਵਚਨ ਕਹਿ ਲਈਏ ਆਪਾਂ ਯੂ ਦੇ, ਇਹਨਾਂ ਦੇ ਨਾਲ ਕਦੇ ਜਿਹੜਾ ਸਿੰਪਲ ਆਪਣਾ ਟੈਂਸ ਹੁੰਦਾ ਪ੍ਰੈਜ਼ੈਂਟ, ਇਹਦੇ ਵਿੱਚ ਐਸ ਜਾਂ ਈ ਐਸ ਨਹੀਂ ਲੱਗੂਗੀ। ਦੇਖੋ ਇੱਥੇ ਸਿੰਗ ਹੈ, ਇੱਥੇ ਨਹੀਂ ਲਾਇਆ ਮੈਂ। ਔਰ ਸਿੰਗੂਲਰ ਨੰਬਰ ਹੁੰਦੇ ਨੇ, ਉਹਨਾਂ ਦੇ ਵਿੱਚ ਐਸ ਜਾਂ ਈ ਐਸ ਲੱਗੇਗੀ, ਠੀਕ ਹੈ ਜੀ। ਨੈਕਸਟ ਦੇਖੋ, ਵੇਅਰ ਵੀ ਵਿਲ ਯੂਜ਼ ਈ ਐਸ, ਜਿਹੜਾ ਈ ਐਸ ਆਪਾਂ ਕਿੱਥੇ ਯੂਜ਼ ਕਰ ਸਕਦੇ ਹਾਂ, ਇਹਦੇ ਰੂਲਸ ਨੇ। ਸਭ ਤੋਂ ਪਹਿਲਾ ਰੂਲ ਦੇਖੋ, ਸਭ ਤੋਂ ਪਹਿਲਾ ਰੂਲ ਕਿ ਮੇਨ ਵਰਬ ਐਂਡਿੰਗ ਵਿਦ ਓ ਔਰ ਵੋਵਲਸ, ਜਿਹੜੇ ਵੋਵਲਸ ਨੰਬਰ ਨੇ ਉਹਨਾਂ ਦੇ ਨਾਲ ਕੀ ਹੁੰਦੀ ਹੋਵੇ, ਐਂਡ ਹੁੰਦੀ ਹੋਵੇ। ਦੇਖੋ ਜਿਵੇਂ ਗੋ, ਡਜ਼, ਠੀਕ ਹੈ। ਔਰ ਇਹ ਦੇਖੋ ਇਹਨਾਂ ਦੇ ਪਿੱਛੇ ਕੀ ਹੈ, ਲੱਗਿਆ ਹੋਇਆ ਓ, ਏ, ਈ, ਆਈ, ਓ, ਜੂ। ਮੈਂ ਕੱਲ੍ਹ ਵੀ ਤੁਹਾਡੇ ਨਾਲ ਗੱਲ ਕੀਤੀ ਸੀ ਆਰਟੀਕਲ ਦੇ ਵਿੱਚ, ਡੈਮੋ ਚੈੱਕ ਕਰਿਓ। ਜਿਹੜੇ ਵਾਵਲਸ ਅੱਖਰ ਨੇ, ਕਹਿਣ ਤੋਂ ਭਾਵ ਜਿਹੜੇ ਸਵਰ ਆ ਜਾਂਦੇ ਹੈਗੇ, ਠੀਕ ਹੈ, ਉਹਨਾਂ ਦੇ ਪਿੱਛੇ ਹਮੇਸ਼ਾ ਕੀ ਲੱਗੇਗਾ, ਈ ਐਸ ਲੱਗੇਗਾ, ਠੀਕ ਹੈ। ਡੂ, ਡਜ਼, ਇਹਦੀ ਆਪਾਂ ਅੱਗੇ ਜਿਹੜੇ ਆਪਣਾ ਐਗਜ਼ਾਮਪਲਸ ਨੇ ਉਹ ਵੀ ਆਪਾਂ ਅੱਗੇ ਦੇਖਾਂਗੇ। ਔਰ ਸੈਕੰਡ ਰੂਲ ਕਿਹੜਾ ਹੈ, ਸੈਕੰਡ ਰੂਲ ਹੈ ਵਿਦ ਦਾ ਮੇਨ ਵਰਬਸ ਐਂਡਿੰਗ ਵਿਦ ਐਸ ਐਸ ਜਾਂ ਐਸ ਐਚ, ਜਿਹੜੇ ਵਰਡ ਦੇ ਲਾਸਟ ਲੈਟਰ ਹੋਣ ਐਸ ਐਸ ਜਾਂ ਐਸ ਐਚ, ਉਹਨਾਂ ਦੇ ਪਿੱਛੇ ਕੀ ਲੱਗੇਗਾ, ਈ ਐਸ। ਜਿਵੇਂ ਕਿਸਸ, ਕਿਸ, ਕਿਸਸ, ਮਿਸਸ, ਪਾਸਸ, ਪੁਸ਼ਸ, ਰਸ਼ਸ, ਠੀਕ ਹੈ ਜੀ। ਇਹਨਾਂ ਦੇ ਵਿੱਚ ਜਿਹੜੀਆਂ ਮੇਨ ਵਰਬਸ ਨੇ ਐਂਡਿੰਗ ਜਿਨ੍ਹਾਂ ਦੀ ਐਸ, ਡਬਲ ਐਸ ਜਾਂ ਐਸ ਐਚ ਨਾਲ ਹੋਵੇ, ਉਹਨਾਂ ਦੇ ਮਗਰ ਕੀ ਲਾਵਾਂਗੇ ਆਪਾਂ, ਈ ਐਸ। ਰੂਲ ਨੰਬਰ 3, ਕੌਨਸੋਨੈਂਟ ਪਲੱਸ ਵਾਈ, ਜਿਹਦੇ ਲਾਸਟ ਦੇ ਵਿੱਚ ਲੱਗੀ ਹੋਵੇ ਵਾਈ, ਠੀਕ ਹੈ, ਵਰਡ ਦੇ ਲਾਸਟ ਦੇ ਵਿੱਚ ਵਾਈ ਲੱਗੀ ਹੋਵੇ, ਉਹਦੇ ਪਿੱਛੇ ਅਸੀਂ ਕੀ ਲਾਵਾਂਗੇ, ਈ ਐਸ, ਠੀਕ ਹੈ। ਰੂਲ ਨੰਬਰ 4, ਇਹ ਸਪੈਸ਼ਲ ਕੇਸ ਹੈ ਜਿੱਥੇ ਈ ਐਸ ਨਹੀਂ ਲੱਗਦੀ, ਇਹਦੇ ਵਿੱਚ ਥੋੜ੍ਹਾ ਜਿਹਾ ਧਿਆਨ ਦੇਣਾ ਤੁਸੀਂ, ਜਿੱਥੇ ਈ ਐਸ ਨਹੀਂ ਲੱਗਦੀ। ਹੁਣ ਦੇਖੋ ਇਹਦੇ ਵਿੱਚ ਕੀ ਹੈ, ਵਿਦ ਦਾ ਮੇਨ ਵਰਬ ਐਂਡਿੰਗ ਵਿਦ ਵੋਵਲ ਪਲੱਸ ਵਾਈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਇੱਥੇ ਸੇ ਲਿਖਿਆ, ਮੈਂ ਸੇ ਦੇ ਮਗਰ ਐਸ ਲੱਗੀ ਹੈ, ਹੈ ਨਾ। ਇੱਥੇ ਕਰਾਈ ਹੈ, ਕਰਾਈ ਪਿੱਛੇ ਵੀ ਵਾਈ ਹੈ, ਇਹਦੇ ਮਗਰ ਕੀ ਲੱਗੀ ਹੈ, ਈ ਐਸ। ਇਹਦੇ ਵਿੱਚ ਰੀਜ਼ਨ ਕੀ ਹੈ, ਤੁਹਾਡਾ ਜਿਹੜਾ ਵਾਈ ਹੈ, ਵਾਈ ਤੋਂ ਜਿਹੜਾ ਪਹਿਲਾ ਲੈਟਰ ਹੈ ਉਹ ਜੇ ਵੋਵਲ ਹੋਵੇ, ਦੇਖੋ ਧਿਆਨ ਦਿਓ, ਇਹਦੇ ਵਿੱਚ ਏ ਹੈ, ਠੀਕ ਹੈ। ਇਹ ਕੀ ਹੈ, ਵਾਈ ਤੋਂ ਪਹਿਲਾਂ ਵੋਵਲ ਅੱਖਰ ਆ ਰਿਹਾ ਤਾਂ ਇਹਦੇ ਮਗਰ ਹਮੇਸ਼ਾ ਕੀ ਲੱਗੇਗੀ, ਐਸ। ਅੱਗੇ ਦੇਖੋ ਪਲੇ, ਪਲੇ ਦੇ ਵਿੱਚ ਲਾਸਟ 'ਤੇ ਵਾਈ ਆ ਰਹੀ ਹੈ, ਵਾਈ ਤੋਂ ਪਹਿਲਾਂ ਕੀ ਆ ਰਿਹਾ, ਵੋਵਲ ਅੱਖਰ ਆ ਰਿਹਾ ਏ, ਤਾਂ ਇਹਦੇ ਆਪਾਂ ਪਿੱਛੇ ਕੀ ਲਾਵਾਂਗੇ, ਐਸ ਲਾਵਾਂਗੇ, ਠੀਕ ਹੈ ਜੀ। ਔਰ ਨੈਕਸਟ ਆਪਾਂ ਦੇਖਦੇ ਹਾਂ, ਦੁਬਾਰਾ ਇਹਨੂੰ ਆਪਾਂ ਐਕਸਪਲੇਨ ਕਰਦੇ ਹਾਂ ਵੀ ਹੋਇਆ ਤੇ ਹੋਇਆ ਕਿਵੇਂ। ਰੂਲ ਨੰਬਰ 1 ਦੇ ਵਿੱਚ ਆਪਾਂ ਕੀ ਪੜ੍ਹਿਆ ਸੀ, ਮੇਨ ਵਰਬ ਐਂਡਿੰਗ ਵਿਦ ਓ ਔਰ ਵੋਵਲ, ਜਿਹਦੇ ਵਿੱਚ ਥਰਡ ਪਰਸਨ ਸਿੰਗੂਲਰ ਹੋਵੇ। ਇਹ ਵੀ ਆਪਾਂ ਇੱਕ ਸਪੈਸ਼ਲ ਵੱਖਰੀ ਕਲਾਸ ਬਣਾਵਾਂਗੇ, ਥਰਡ ਪਰਸਨ ਸਿੰਗੂਲਰ ਇਹ ਚੀਜ਼ਾਂ ਕੀ ਹੁੰਦੀਆਂ ਨੇ। ਮੋਟਾ ਜਿਹਾ ਮੈਂ ਸਮਝਾ ਦਿੰਦਾ ਵੀ ਫਸਟ ਪਰਸਨ ਕੀ ਹੋ ਗਏ, ਆਪਾਂ ਹੋ ਗਏ, ਮੰਨ ਕੇ ਚੱਲ ਆਈ, ਜਦੋਂ ਆਪਾਂ ਆਈ ਨਾਲ ਸੈਂਟੈਂਸ ਸਟਾਰਟ ਕਰੀਏ। ਸੈਕੰਡ ਪਰਸਨ ਹੋ ਗਿਆ ਯੂ, ਠੀਕ ਹੈ। ਯੂ ਆਪਾਂ ਇੱਕ ਪਰਸਨ ਵਾਸਤੇ ਵੀ ਯੂਜ਼ ਕਰ ਸਕਦੇ ਹਾਂ, ਯੂ ਆਪਾਂ ਤੁਸੀਂ ਕਈ ਪਰਸਨ ਵਾਸਤੇ ਵੀ ਯੂਜ਼ ਕਰ ਸਕਦੇ ਹਾਂ, ਵੀ ਤੁਸੀਂ ਇੱਥੇ ਕੀ ਕਰ ਰਹੇ ਸੀ, ਠੀਕ ਹੈ। ਔਰ ਥਰਡ ਪਰਸਨ ਹੋ ਗਿਆ, ਥਰਡ ਪਰਸਨ ਹੋ ਗਿਆ ਜਿਵੇਂ ਹੀ, ਆਪਾਂ ਤੀਸਰੇ ਬਾਰੇ ਗੱਲ ਕਰ ਰਹੇ ਹਾਂ ਵੀ ਉਹ, ਠੀਕ ਹੈ। ਉਹਦੇ ਵਿੱਚ ਕੀ ਹੈ, ਕਈ ਆਪਣਾ ਥਰਡ ਪਰਸਨ ਜਿਹੜੇ ਪਲੂਰਲ ਵੀ ਆ ਜਾਂਦਾ, ਸਿੰਗੂਲਰ ਵੀ ਆ ਜਾਂਦਾ। ਜਿਵੇਂ ਸਿੰਗੂਲਰ ਆ ਗਿਆ ਆਪਣਾ ਹੀ, ਸ਼ੀ, ਔਰ ਜਿਹੜੇ ਪਲੂਰਲ ਆ ਗਏ ਉਹ ਆ ਗਏ ਦੇ, ਦੀਜ਼, ਹੈ ਨਾ, ਠੀਕ ਹੈ। ਹੁਣ ਇਹਦੇ ਵਿੱਚ ਕੀ ਹੈ, ਆਹ ਦੇਖੋ ਆਪਾਂ ਨੇ ਯੂਜ਼ ਕੀਤਾ ਰਾਮ ਗੋਜ਼ ਟੂ ਸਕੂਲ, ਰਾਮ ਗੋਜ਼ ਟੂ ਸਕੂਲ। ਇਹਦੇ ਵਿੱਚ ਦੇਖੋ ਆਪਣੇ ਕੋਲ ਪਹਿਲਾਂ ਆਪਾਂ ਪੜ੍ਹਿਆ ਸੀਗਾ, ਇੱਥੇ ਦੇਖੋ, ਇੱਥੇ ਆਪਾਂ ਪਹਿਲਾਂ ਪੜ੍ਹਿਆ ਸੀਗਾ ਵੀ ਜੀ ਓ, ਜਿਹਦੇ ਮਗਰ ਕੀ ਹੋਵੇ, ਵੋਵਲ ਅੱਖਰ ਹੋਵੇ, ਉਹਦੇ ਆਪਾਂ ਪਿੱਛੇ ਹਮੇਸ਼ਾ ਕੀ ਲਾਉਣੇ ਆ, ਈ ਐਸ, ਠੀਕ ਹੈ।
ਬਟ ਇੱਥੇ ਹੁਣ ਜਦ ਪਲੂਰਲ ਆ ਗਿਆ, ਮੰਨ ਕੇ ਚੱਲੋ ਇਹ ਆ ਗਿਆ, ਤੁਹਾਨੂੰ ਮੈਂ ਆਖਿਆ ਸੀ ਪਲੂਰਲ ਦੇ ਨਾਲ ਹਮੇਸ਼ਾ ਕੀ ਲੱਗੇਗਾ, ਕੁਛ ਨਹੀਂ ਲੱਗੇਗਾ, ਕੁਛ ਨਹੀਂ ਲੱਗੇਗਾ। ਇਹਦੇ ਵਿੱਚ ਦੇਖੋ ਆਪਣੇ ਕੋਲ ਆ ਗਿਆ ਆਈ ਕੀ ਆ ਗਿਆ, ਪਲੂਰਲ ਆ ਗਿਆ। ਕਹਿਣ ਤੋਂ ਭਾਵ ਇਹ ਆ ਗਿਆ ਫਸਟ ਪਰਸਨ ਸਿੰਗੂਲਰ ਆ ਗਿਆ, ਠੀਕ ਹੈ। ਇਹਦੇ ਮਗਰ ਕੀ ਲੱਗੇਗਾ, ਕੁਛ ਨਹੀਂ ਲੱਗੇਗਾ, ਸਿੰਪਲ ਉਵੇਂ ਆਏਗਾ। ਔਰ ਨੈਕਸਟ ਆਪਾਂ ਦੇਖੋ ਇਹਦੇ ਵਿੱਚ ਯੂ ਕੀ ਆ ਗਿਆ, ਯੂ ਨੂੰ ਆਪਾਂ ਯੂਜ਼ ਕਰ ਸਕਦੇ ਹਾਂ ਪਲੂਰਲ ਲਈ ਵੀ, ਠੀਕ ਹੈ। ਇਹਦੇ ਮਗਰ ਹਮੇਸ਼ਾ ਕੁਛ ਨਹੀਂ ਲੱਗੇਗਾ, ਇਹਦੇ ਮਗਰ ਜਿਵੇਂ ਬਿਲਕੁਲ ਇਹ ਸਿੰਪਲ ਰਹੇਗਾ, ਠੀਕ ਹੈ। ਅੱਗੇ ਦੇਖੋ ਵਿਚ ਵਰਬਸ ਨੋਟ ਐਂਡਿੰਗ ਵਿਦ AEIOU, ਠੀਕ ਹੈ। ਜਿਹੜੀਆਂ ਵਰਬਸ ਜਿਹੜੀਆਂ ਨੇ ਉਹ ਐਂਡ ਨਹੀਂ ਹੁੰਦੀਆਂ, ਵੋਵਲਸ ਅੱਖਰ ਦੇ ਨਾਲ ਨਹੀਂ ਐਂਡ ਹੁੰਦੀਆਂ, ਉਹਨਾਂ ਦੇ ਮਗਰ ਹਮੇਸ਼ਾ ਕੀ ਲੱਗੇਗਾ, ਐਸ ਹੀ ਲੱਗੇਗਾ, ਠੀਕ ਹੈ ਜੀ। ਦੁਬਾਰਾ ਫੇਰ ਰਿਪੀਟ ਕਰ ਰਹੇ ਹਾਂ ਇੱਕ ਵਾਰੀ। ਮੇਨ ਵਰਬ ਐਂਡਿੰਗ ਵਿਦ O ਔਰ ਵੋਵਲ, ਜਿਹੜੀ ਵਰਬ O ਜਾਂ ਹੋਰ ਵੋਵਲ ਅੱਖਰ ਦੇ ਨਾਲ ਐਂਡ ਹੋ ਰਹੀ ਹੋਵੇ ਬਟ ਉਹ ਪਰਸਨ ਉੱਥੇ ਥਰਡ ਪਰਸਨ ਸਿੰਗੂਲਰ ਬਾਰੇ ਗੱਲ ਹੋਈ ਹੋਵੇ, ਉਹਦੇ ਮਗਰ ਕੀ ਲੱਗੇਗਾ, ES ਲੱਗੇਗਾ। ਦੇਖੋ ਜਿਵੇਂ ਰਾਮ ਹੈ ਥਰਡ ਪਰਸਨ ਹੈ, ਇਹਦੇ ਮਗਰ ਕੀ ਲਾਇਆ ਆਪਾਂ ਨੇ, ਰਾਮ ਗੋਜ਼ ਟੂ ਸਕੂਲ, ਬਟ ਇੱਥੇ ਆਈ ਹੁੰਦਾ, ਆਪਣੀ ਗੱਲ ਹੁੰਦੀ, ਆਪਾਂ ਹੀ ਕਰਦੇ ਗੋ ਟੂ ਸਕੂਲ, ਜਾਂ ਯੂ ਦੀ ਗੱਲ ਹੁੰਦੀ ਯੂ ਗੋ ਟੂ ਸਕੂਲ। ਆਹ ਦੇਖੋ ਤੁਹਾਡੇ ਸਾਹਮਣੇ ਐਕਸਪਲੇਨ ਕੀਤਾ ਹੋਇਆ। ਔਰ ਨੈਕਸਟ ਦੇਖੋ ਵਿਚ ਵਰਬਸ ਨੋਟ ਐਂਡਿੰਗ ਵਿਦ AEIOU, ਕਹਿਣ ਤੋਂ ਭਾਵ ਜਿਹੜੇ ਸਵਰ ਅੱਖਰ ਆ ਜਾਂਦੇ ਨੇ, ਆਪਣਾ ਵੋਵਲ ਅੱਖਰ ਆ ਜਾਂਦੇ ਨੇ, ਉਹਨਾਂ ਦੇ ਨਾਲ ਜਿਹੜੀਆਂ ਵਰਬਸ ਦੀ ਐਂਡਿੰਗ ਨਹੀਂ ਹੁੰਦੀ, ਉਹਨਾਂ ਦੇ ਮਗਰ ਹਮੇਸ਼ਾ ਆਪਾਂ ਕੀ ਲਾਵਾਂਗੇ, ਐਸ, ਠੀਕ ਹੈ। ਹਾਂਜੀ ਨੈਕਸਟ ਦੇਖਾਂ, ਇਹਦੇ ਵਿੱਚ ਜਦੋਂ ਨੈਗੇਟਿਵ ਸੈਂਸ ਆ ਜਾਂਦੀ ਹੈ, ਸੈਂਟੈਂਸ ਦੀ ਨੈਗੇਟਿਵ ਸੈਂਸ ਆ ਜਾਂਦੀ ਹੈ, ਉਦੋਂ ਕੀ ਯੂਜ਼ ਹੁੰਦਾ ਹੈ, ਉਦੋਂ ਯੂਜ਼ ਹੁੰਦਾ ਹੈ ਸਬਜੈਕਟ ਪਲੱਸ ਡੂ ਡਜ਼ ਪਲੱਸ ਨੋਟ ਪਲੱਸ ਵਰਬ ਦੀ ਫਸਟ ਫਾਰਮ ਪਲੱਸ ਓਬਜੈਕਟ, ਠੀਕ ਹੈ ਜੀ। ਹੁਣ ਉਹੀ ਸੈਂਟੈਂਸ ਨੂੰ ਆਪਾਂ ਦੁਬਾਰਾ ਲੈ ਕੇ ਚੱਲਦੇ ਹਾਂ। ਆਈ ਦੇ ਨਾਲ ਆਪਾਂ ਕੀ ਕਿਹਾ ਸੀਗਾ, ਕੁਛ ਨਹੀਂ ਲੱਗਦਾ ਹੈ ਨਾ, ES ਨਹੀਂ ਲੱਗਦੀ ਇੱਥੇ, ਬਟ ਆਪਾਂ ਕੀ ਯੂਜ਼ ਕਰਾਂਗੇ, ਡੂ, ਆਈ ਡੂ ਨੋਟ ਗੋ ਟੂ ਸਕੂਲ, ਠੀਕ ਹੈ। ਇਹ ਆਪਣਾ ਪਲੂਰਲ ਦੇ ਵਿੱਚ ਲਿਖਿਆ ਸੀ ਨਾ ਆਪਾਂ IU ਦੇ, ਅਤੇ ਇਹਦੇ ਵਿੱਚ ਯੂ ਦੇਖੋ, ਯੂ ਵੀ ਪਲੂਰਲ ਦੇ ਵਿੱਚ ਲਿਖੀ ਸੀ, ਇੱਥੇ ਕੀ ਆਊਗਾ ਆਪਣੇ ਕੋਲ, ਆਈ ਡੂ ਨੋਟ ਗੋ ਟੂ ਸਕੂਲ, ਠੀਕ ਹੈ ਜੀ। ਇਹ ਕਲੀਅਰ ਹੋ ਗਿਆ। ਔਰ ਨੈਕਸਟ ਦੇਖੋ ਹੀ ਕੀ ਆ ਗਿਆ ਸੀਗਾ, ਥਰਡ ਪਰਸਨ ਸਿੰਗੂਲਰ ਆ ਗਿਆ ਸੀ, ਕਹਿਣ ਤੋਂ ਭਾਵ ਸਿੰਗੂਲਰਾਂ ਦੇ ਵਿੱਚ ਆ ਗਿਆ। ਸਿੰਗੂਲਰ ਨਾਲ ਆਪਾਂ ਕੀ ਲਾਉਂਦੇ ਸੀਗੇ, ES, ਠੀਕ ਹੈ। ਇਹਦੇ ਵਿੱਚ ਹੁਣ ਦੇਖੋ ਹੀ ਡਜ਼ ਨੋਟ ਗੋ ਟੂ ਸਕੂਲ, ਠੀਕ ਹੈ ਜੀ। ਅੱਗੇ ਥਰਡ ਪਰਸਨ ਪਲੂਰਲ ਦੀ ਗੱਲ ਹੋ ਗਈ, ਉਹਦੇ ਵਿੱਚ ਕੀ ਆ ਰਿਹਾ, ਦੇ ਡੂ ਨੋਟ ਗੋ ਟੂ ਸਕੂਲ, ਕਿਉਂਕਿ ਇਹ ਕੀ ਹੈ, ਪਲੂਰਲ ਹੈ, ਠੀਕ ਹੈ ਜੀ। ਸਮਝ ਆ ਗਿਆ ਸਾਰਿਆਂ ਨੂੰ। ਨੈਕਸਟ ਰੂਲ ਦੇਖੋ, ਮੇਨ ਵਰਬਸ ਐਂਡਿੰਗ ਵਿਦ SS ਔਰ SH, ਪਹਿਲਾਂ ਆਪਾਂ ਗੱਲ ਕੀਤੀ ਸੀ, ਇਹਦੇ ਵਿੱਚ ਹੁਣ ਆਪਾਂ ਸੈਂਟੈਂਸ ਬਣਾ ਕੇ ਦੇਖਦੇ ਹਾਂ। ਹੀ ਮਿਸਿਜ਼ ਹਿਜ਼ ਬ੍ਰਦਰ, ਉਹਨੇ ਆਪਣੇ ਬ੍ਰਦਰ ਨੂੰ ਯਾਦ ਕੀਤਾ, ਮਿਸ ਕੀਤਾ, ਇੱਥੇ ਆਪਾਂ ਕੀ ਕੀਤਾ, ES ਲਾਈ ਹੈ, ਠੀਕ ਹੈ। ਹੀ ਰਸ਼ਸ ਵਿਦ ਹਾਰਸ, ਉਹ ਕੀ ਕਰਦਾ ਹੈ, ਭੱਜਦਾ ਹੈ, ਠੀਕ ਹੈ, ਕਿਹਦੇ ਨਾਲ, ਘੋੜੇ ਨਾਲ। ਇਹਦੇ ਵਿੱਚ ਆਪਾਂ ਪਿੱਛੇ ਕੀ ਲਿਆ, ਰਸ਼ 'ਚ ES ਲਾਈ ਹੈ। ਬਟ ਇੱਥੇ ਜੇ ਆਪਣਾ ਹੁੰਦਾ ਪਲੂਰਲ ਹੁੰਦਾ, ਜਾਂ ਮੰਨ ਕੇ ਚੱਲੋ ਆਈ ਹੁੰਦੀ, ਆਈ ਰਸ਼ ਵਿਦ ਹਾਰਸ, ਸੇਮ ਆ ਜਾਣਾ ਸੀ। ਨੈਕਸਟ ਥਰਡ ਪੁਆਇੰਟ ਦੇਖੋ, ਕੌਨਸੋਨੈਂਟ ਪਲੱਸ ਵਾਈ, ਉਹਦੇ ਵਿੱਚ ਆਪਾਂ ਕੀ ਕੀਤਾ ਸੀ, ਆਪਾਂ ਪਹਿਲਾਂ ਪੜ੍ਹਿਆ ਸੀਗਾ ਵੀ ਜਿਹੜਾ ਕਰਾਈ ਜਿਹਦੇ ਆਪਣਾ ਵਾਈ ਆ ਜੇ ਪਿੱਛੇ, ਵਾਈ ਨੂੰ ਕੱਟ ਕੇ ਆਪਾਂ ਕੀ ਲਾ ਦਿੰਦੇ ਹਾਂ ਉੱਥੇ, IES, ਠੀਕ ਹੈ ਜੀ। ਸਪੈਸ਼ਲ ਕੇਸ ਮੈਂ ਤੁਹਾਨੂੰ ਆਖਿਆ ਸੀਗਾ, ਆਪਾਂ ਨੇ ਪੜ੍ਹਿਆ ਸੀਗਾ ਵੀ ਕੋਈ ਸਪੈਸ਼ਲ ਕੇਸ ਐਵੇਂ ਦਾ ਹੁੰਦਾ ਜਿੱਥੇ ਵੀ ES ਨਹੀਂ ਲੱਗਦੀ ਪਰ ਉਹਦੇ ਮਗਰ ਵਾਈ ਲੱਗੀ ਹੁੰਦੀ ਹੈ, ਉਹਦੇ ਉੱਤੇ ਉੱਥੇ ਕੀ ਚੱਕਰ ਹੁੰਦਾ ਹੈ, ਉੱਥੇ ਵਾਈ ਤੋਂ ਪਹਿਲਾਂ ਕੀ ਆਉਂਦਾ ਹੁੰਦਾ ਹੈ, ਵਾਵਲ ਅੱਖਰ ਆਉਂਦਾ। ਜਦੋਂ ਵਾਈ ਤੋਂ ਪਹਿਲਾਂ ਵਾਵਲ ਅੱਖਰ ਆ ਜਾਵੇ ਤਾਂ ਵਾਈ ਸੇਮ ਹੀ ਰਹਿੰਦੀ ਆ, ਉਹਦੇ ਮਗਰ S ਲੱਗ ਜਾਂਦਾ ਹੈ, ਵਾਈ ਕੱਟ ਕੇ IES ਉਦੋਂ ਨਹੀਂ ਲੱਗਦਾ, ਠੀਕ ਹੈ। ਸੇਜ਼, ਇਹਨੂੰ ਆਪਾਂ ਕੀ ਸੇ ਨੂੰ ਲਿਖਾਂਗੇ ਸੇਜ਼, ਠੀਕ ਹੈ। ਇਹਦੇ ਮਗਰ ਆਪਾਂ ਜਿਹੜੀ ਵਾਈ ਹੈ, ਜਦੋਂ ਵਾਈ ਤੋਂ ਪਹਿਲਾਂ ਦੁਬਾਰਾ ਫੇਰ ਰਿਪੀਟ ਕਰ ਰਹੇ ਹਾਂ ਕੋਈ ਵਾਵਲ ਅੱਖਰ ਹੋਵੇ ਤਾਂ ਆਪਾਂ ਕੀ ਕਰਾਂਗੇ, ਉਸ ਇਹਦੇ ਪਿੱਛੇ S ਲਾ ਦਿਆਂਗੇ, IES ਉਦੋਂ ਨਹੀਂ ਲੱਗੂਗਾ। ਫੋਰ ਐਗਜ਼ਾਮਪਲ ਦੇਖੋ, ਹੀ ਪਲੇਜ਼ ਕ੍ਰਿਕਟ ਡੇਲੀ, ਉਹ ਡੇਲੀ ਕ੍ਰਿਕਟ ਖੇਡਦਾ ਹੈ, ਠੀਕ ਹੈ। ਹੀ ਸੇਜ਼ ਆਲਵੇਜ਼ ਟਰੁੱਥ, ਉਹ ਹਮੇਸ਼ਾ ਕੀ ਬੋਲਦਾ ਹੈ, ਸੱਚ ਬੋਲਦਾ ਹੈ, ਠੀਕ ਹੈ ਜੀ। ਇੱਥੇ ਯੂ ਹੁੰਦਾ, ਯੂ ਪਲੇ ਕ੍ਰਿਕਟ ਡੇਲੀ, ਇੱਥੇ ਆਪਾਂ ਫਿਰ ਕੀ ਕਰ ਦੇਣਾ ਸੀ, S ਨਹੀਂ ਲਾਉਣੇ ਸੀ, ਠੀਕ ਹੈ।
ਔਰ ਇੱਥੇ ਜੇ ਮੰਨ ਕੇ ਚਲੋ ਆਈ ਜੂ ਆਈ ਸੇ ਆਲਵੇਜ਼ ਟਰੁੱਥ, ਮੈਂ ਹਮੇਸ਼ਾ ਸੱਚ ਬੋਲਦਾ, ਉਦੋਂ ਆਈ ਯੂ ਜਿਹੜੇ ਆਪਣਾ ਪਲੂਰਲ ਆ ਗਏ ਉਹਨਾਂ ਦੇ ਮਗਰ ਕੀ ਨਹੀਂ ਲੱਗੂਗੀ, ਐਸ ਨਹੀਂ ਲੱਗੂਗੀ, ਜਿਹੜੀ ਸੈਂਸ ਹੈ ਜਿਹੜੀ ਵਰਡ ਦੀ ਉਹ ਸੇਮ ਰਹੂਗੀ। ਠੀਕ ਹੈ ਜੀ, ਅੱਜ ਵਾਸਤੇ ਇੰਨਾ ਹੀ। ਇਸ ਤੋਂ ਬਾਅਦ ਜੇ ਤੁਸੀਂ ਚਾਹੁੰਦੇ ਹੋ ਵੀ ਆਪਾਂ ਜਿਹੜੇ ਅਗਲੇ ਸਾਰੇ ਜਿਹੜੇ ਟੈਂਸ ਨੇ ਉਹ ਇੰਨੀ ਬਰੀਕੀ ਦੇ ਨਾਲ ਆਪਾਂ ਕੀ ਕਰੀਏ, ਆਪਣਾ ਸਾਂਝੇ ਕਰੀਏ ਹੈ ਨਾ, ਤਾਂ ਤੁਹਾਨੂੰ ਦੁਬਾਰਾ ਫੇਰ ਦੱਸ ਰਿਹਾ ਮੈਂ 9878811752 MSW ਸਟੱਡੀ ਫॉर ਜੋਬ ਇਹਦਾ ਆਪਣਾ WhatsApp ਨੰਬਰ ਹੈ। ਇਹਦੇ ਉੱਪਰ ਤੁਸੀਂ ਕਲਾਸਾਂ ਲਾਈਵ ਜਿਹੜਾ ਸੈਸ਼ਨ ਹੈ ਕਲਾਸਾਂ ਦਾ ਉਹਨਾਂ ਨੂੰ ਜੁਆਇਨ ਕਰੋ। ਇੱਕ ਬਿਲਕੁਲ ਫ੍ਰੀ ਦੇ ਵਾਂਗ ਜਿਹੜੀਆਂ ਤੁਹਾਨੂੰ ਕਲਾਸਾਂ ਨੇ ਮਿਲ ਰਹੀਆਂ ਨੇ। ਠੀਕ ਹੈ, ਓਨਲੀ WhatsApp ਕਰਨਾ ਓਨਲੀ। ਆਪਣੇ ਹੋਰ ਜਿਹੜੇ ਫਰੈਂਡਸ ਨੇ, ਕਿਉਂਕਿ ਇਹ ਓਪਰਚੁਨਿਟੀ ਵਾਰ-ਵਾਰ ਨਹੀਂ ਹੁੰਦੀ ਹੁੰਦੀ, ਇਹ ਇੱਕ ਵਾਰੀ ਓਪਰਚੁਨਿਟੀ ਆਪਣੇ ਕੋਲ ਆਈ ਹੈ ਅਤੇ ਇੱਕ ਵਧੀਆ ਤਰੀਕੇ ਦੇ ਨਾਲ ਆਪਾਂ ਇਹਨੂੰ ਸਿੰਸੀਅਰ ਹੋ ਕੇ ਥੋੜ੍ਹਾ ਜਿਹਾ ਆਪਾਂ ਉਹਨੂੰ ਗੱਲ ਨੂੰ ਮੰਨੀਏ ਅਤੇ ਆਪਾਂ ਜਿਹੜੀਆਂ ਕਲਾਸਿਸ ਨੇ ਉਹਨਾਂ ਨੂੰ ਆਪਾਂ ਜੁਆਇਨ ਕਰੀਏ ਅਤੇ ਉਹਨਾਂ ਦਾ ਫਾਇਦਾ ਉਠਾਈਏ। ਠੀਕ ਹੈ ਜੀ, ਬਾਕੀ ਚੀਜ਼ਾਂ ਜਿਹੜੀਆਂ ਆਪਾਂ ਅੱਜ ਤੋਂ ਬਾਅਦ ਜਦੋਂ ਵੀ ਆਪਣਾ ਜਿਹੜਾ ਲਾਈਵ ਸੈਸ਼ਨ ਸਟਾਰਟ ਹੋਵੇਗਾ ਉਹਦੇ ਵਿੱਚ ਆਪਾਂ ਡਿਸਕਸ ਕਰਾਂਗੇ। ਉਦੋਂ ਤੱਕ ਲਈ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ।